ਸੱਚੇ ਪਾਤਸ਼ਾਹ ਮਹਾਰਾਜ ਜੀ ਬਿਸ਼ੰਬਰ ਦਾਸ ਨੂੰ ਅੱਗੇ ਜਿਵੇਂ ਬਖਸ਼ਿਸ਼ ਕਰਦੇ ਹੋਏ ਉਪਦੇਸ਼ ਦੇ ਰਹੇ ਨੇ, ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਗਰੀਬ ਨਵਾਜ ਸਤਿਗੁਰੂ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਣੋ ਬਿਸ਼ੰਬਰ ਕੌਡੀਆਂ ਨਿਤ ਗੁਰੂ ਹਿਤ ਪਾਂਚ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਿਸ਼ੰਬਰ ਦਾਸ 5 ਕੌਡੀਆਂ ਜਾਂ ਲਾਓ 5 ਪੈਸੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਗੁਰੂ ਹਿਤ ਅਰਦਾਸ ਕਰਵਾਉਣੀ ਹੈ ਜਿਸ ਸਮੇਂ, ਤਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਕਿਹਾ ਜਾਂ 5 ਮੋਹਰਾਂ ਹੁੰਦੀਆਂ ਸਨ, ਪਰ ਮਹਾਰਾਜ ਜੀ ਨੇ 5 ਕੌਡੀਆਂ ਕਿਹਾ, ਕਿਉਂਕਿ ਗਰੀਬ ਤੋਂ ਗਰੀਬ ਸਿੱਖ ਵੀ ਸੱਚੇ ਪਾਤਸ਼ਾਹ ਮਹਾਰਾਜ ਦੀ ਖੁਸ਼ੀ ਪ੍ਰਾਪਤ ਕਰ ਸਕੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਅਰਥ 5 ਕੌਡੀਆਂ ਜਿਹੜੀਆਂ ਨੇ ਕੱਢ ਕਰਕੇ ਧੰਨ ਹੋਵੇ ਬਖਸ਼ਾ ਸਕਲ ਸੁਖ ਸਮਤ ਰਤ ਰਾਂਚ। ਤਾਂ ਇਉਂ ਮਹਾਰਾਜ ਕਹਿੰਦੇ ਜਦੋਂ ਅਰਦਾਸ ਕਰਾਵੇਂਗਾ ਬਿਸ਼ੰਬਰ ਦਾਸ ਤਾਂ ਤੈਨੂੰ ਬਹੁਤ ਜ਼ਿਆਦਾ ਸੁਖ ਪ੍ਰਾਪਤ ਹੋਵੇਗਾ। ਤੇਰੇ ਘਰ ਦੇ ਵਿੱਚ ਧਨ ਦੀ ਸੰਪਦਾ ਜਿਹੜੀ ਹੈ ਬਹੁਤ ਜ਼ਿਆਦਾ ਵੱਧ ਜਾਵੇਗੀ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਆਪਣੀ ਨੇਕ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਅਰਦਾਸ ਕਰੀਏ ਤਾਂ ਸੱਚੇ ਪਾਤਸ਼ਾਹ ਮਹਾਰਾਜ ਉਸ ਦਸਾਂ ਨੌਹਾਂ ਦੀ ਕਿਰਤ ਵਿੱਚ ਬਹੁਤ ਵੱਡਾ ਫਲ ਪਾਉਂਦੇ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਵੀ ਐਸਾ ਕਥਨ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਹੜਾ ਸ਼ਰਧਾ ਨਾਲ ਸਤਿਗੁਰੂ ਜੀ ਨੂੰ 1 ਕੌਡੀ ਭੇਟ ਕਰ ਦਿੰਦਾ ਹੈ, ਸੱਚੇ ਪਾਤਸ਼ਾਹ ਮਹਾਰਾਜ ਉਸ ਨੂੰ ਆਪਣੇ ਦਰੋਂ ਘਰੋਂ ਬਹੁਤ ਵੱਡੇ ਖਜ਼ਾਨਿਆਂ ਦੀਆਂ ਬਖਸ਼ਿਸ਼ਾਂ ਕਰਦੇ ਹਨ। ਗਰੀਬ ਨਵਾਜ ਸਤਿਗੁਰੂ ਰਿਧੀਆਂ ਸਿੱਧੀਆਂ ਦੇਖ ਕੇ ਨਿਹਾਲ ਕਰ ਦਿੰਦੇ ਆ। ਸੱਚੇ ਪਾਤਸ਼ਾਹ ਜੇ ਸਿੱਖ ਨੇ ਸ਼ਰਧਾ ਨਾਲ ਮਹਾਰਾਜ ਸਾਹਿਬ ਜੀ ਨੂੰ ਆਪਣੀ ਦਸਾਂ ਨੌਹਾਂ ਦੀ ਕਿਰਤ ਵਿੱਚੋਂ ਇਹ 1 ਕੌਡੀ ਹੀ ਭੇਟ ਕੀਤੀ ਹੋਵੇ, ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਘਰ ਦੇ ਵਿੱਚ ਸੰਪਦਾ ਧਨ ਦੀ ਪ੍ਰਾਪਤ ਕਰਨੀ ਹੋਵੇ, ਸੁੱਖ ਚਾਹੀਦੇ ਹੋਣ, ਪਦਾਰਥਾਂ ਦੀ ਅਟੁੱਟ ਚਾਹੀਦੀ ਹੋਵੇ ਕਿ ਅਟੁੱਟ ਪਦਾਰਥ ਹੋਣ, ਤਾਂ ਫਿਰ ਮਹਾਰਾਜ ਕਹਿੰਦੇ ਨੇ 5 ਕੌਡੀਆਂ ਗੁਰੂ ਅਰਥ ਜਿਹੜੀ ਆ ਅਰਦਾਸ ਕਰੇ, ਗੁਰੂ ਕੀ ਗੋਲਕ ਵਿੱਚ ਭੇਟ ਕਰੇ, ਤਾਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੇ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਮੇਰੀ ਸਿੱਖਿਆ ਜਾਣ ਕੈ ਨਰ ਨਾਰੀ ਹੀ ਚੇਤ। ਮਹਾਰਾਜ ਕਹਿੰਦੇ ਸਾਡੀ ਇਸ ਸਿੱਖਿਆ ਨੂੰ ਜਾਣ ਕਰਕੇ, ਉੱਤਮ ਜਾਣ ਕਰਕੇ ਪੁਰਸ਼ ਇਸਤਰੀ ਸਾਰੇ ਹੀ ਹਿਰਦੇ ਦੇ ਅੰਦਰ ਇਸ ਨੂੰ ਚੇਤੇ ਕਰਨ, ਭਾਵ ਇਸ ਨੂੰ ਕਮਾਉਣਾ ਕਰਨ। ਬਾਣੀ ਗੁਰ ਸੁਰ ਕੀ ਰਹਿਤ ਰਹਿਣੀ ਰਹੋ ਸੋ ਚੇਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਬਾਣੀ ਪੜ੍ਹਨੀ, ਰਹਿਤ ਰੱਖਣੀ ਤੇ ਦੇਵਤਿਆਂ ਵਰਗੀ ਬਿਰਥੀ ਰੱਖਣੀ ਤੇ ਸਦਾ ਹੀ ਸਾਵਧਾਨ ਰਹਿਣਾ। ਗਰੀਬ ਨਵਾਜ ਸਤਿਗੁਰੂ ਕਹਿੰਦੇ ਬਿਸ਼ੰਬਰ ਦਾਸ ਸਦਾ ਹੀ ਮੁਖ ਤੇ ਬਾਣੀ ਹੋਵੇ, ਹਿਰਦਾ ਸਾਵਧਾਨ ਹੋਵੇ ਅਤੇ ਬੜੇ ਸੁਚੇਤ ਹੋ ਕੇ ਸਾਵਧਾਨ ਹੋ ਕਰਕੇ ਸੰਸਾਰ ਦੇ ਵਿੱਚ ਵਿਚਰਨਾ। ਜਾਮ ਨਹਾਈਐ ਨਾਮ ਧਿਆਈਐ ਘਰ ਕੀ ਕੀਜੈਕਾਰ। ਤੇ ਫਿਰ ਅੰਮ੍ਰਿਤ ਵੇਲੇ ਜਾਮ ਨਹਾਈਐ, ਜਾਮ ਤੋਂ ਹੁੰਦਾ ਪਹਿਰ ਰਾਤ ਰਹਿੰਦੀ, ਉੱਠ ਕਰਕੇ ਇਸ਼ਨਾਨ ਕਰੀਏ ਤੇ ਫਿਰ ਨਾਮ ਨੂੰ ਧਿਆਈਏ ਤੇ ਆਪਣੇ ਧਰਮ ਦੀ ਕਿਰਤ ਨੂੰ ਕਰੀਏ, ਧਰਮ ਦੇ ਵਿਹਾਰ ਵੀ ਕਰੀਏ। ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਜਪਣਾ ਅਤੇ ਇਸ ਪ੍ਰਕਾਰ ਆਪਣੇ ਧਰਮ ਦੀ ਕਿਰਤ ਕਰਨੀ। ਅੰਮ੍ਰਿਤ ਵੇਲੇ ਦਾ ਇਸ਼ਨਾਨ ਅਤੇ ਸਤਿਗੁਰੂ ਜੀ ਦਾ ਪਵਿੱਤਰ ਨਾਮ, ਇਹ ਦੋਵੇਂ ਕਰਮ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਿਸ਼ੰਬਰ ਦਾਸ ਸਭ ਤੋਂ ਉੱਤਮ ਹਨ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਣਾ ਤਿਆਗ ਦੇਵੇ, ਬਾਣੀ ਦਾ ਨਿਤਨੇਮ ਤਿਆਗ ਦੇਵੇ, ਵਾਹਿਗੁਰੂ ਮੰਤਰ ਦਾ ਜਾਪ ਛੱਡ ਦੇਵੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਦੇ ਬਚਨ ਕਹੇ ਨੇ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਸੱਚੇ ਪਾਤਸ਼ਾਹ ਕਹਿੰਦੇ ਨੇ ਬਹੁਤਾ ਬੋਲਣ ਚਖਣ ਹੋਵੇ। ਜਿਹੜਾ ਬਹੁਤਾ ਬੋਲਣਾ, ਮਹਾਰਾਜ ਕਹਿੰਦੇ ਚਖਾ ਮਾਰਨ ਤੋਂ ਵੱਧ ਤਾਂ ਹੋਰ ਕੁਝ ਵੀ ਨਹੀਂ ਹੁੰਦਾ। ਗਰੀਬ ਨਵਾਜ ਸਤਿਗੁਰੂ ਕਹਿੰਦੇ ਬਿਸ਼ੰਬਰ ਦਾਸ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਨਾਮ ਜਪਣਾ, ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ, ਇਹ ਸਭ ਤੋਂ ਉੱਤਮ ਕਿਰਿਆ ਹੈ ਤੇ ਘਰ ਦੇ ਅੰਦਰ ਦਸਾਂ ਨੌਹਾਂ ਦੀ ਕਿਰਤ ਕਰਨੀ। ਇਸ ਪ੍ਰਕਾਰ ਆਪਣਾ ਜੀਵਨ ਜੀਵੇ। ਥੋੜਾ ਬੋਲ ਸਾਚਾ ਰੂਲ ਇੱਕ ਮਨ ਸੰਕਟ ਹਾਰ। ਫਿਰ ਥੋੜਾ ਬੋਲਣਾ ਅਤੇ ਇਸ ਪ੍ਰਕਾਰ ਸੱਚ ਨੂੰ ਕਮਾਉਣਾ।
ਤੇ ਗਰੀਬ ਨਵਾਜ ਸਤਿਗੁਰੂ ਕਹਿੰਦੇ ਸੰਕਟ ਦੇ ਵਿੱਚ ਡੋਲਣਾ ਨਾ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਬਿਸ਼ੰਬਰ ਦਾਸ ਦੇ ਤਾਈਂ ਉਪਦੇਸ਼ ਦੇ ਰਹੇ ਹਨ। ਦੁਬਾਰਾ ਥੋੜਾ ਬੋਲ ਸਾਚਾ ਰੂਲ, ਇੱਕ ਮਨ ਸੰਕਟ ਹਾਰ। ਇੱਕ ਮਨ ਵਾਹਿਗੁਰੂ ਨੂੰ ਸੰਕਟ ਦੇ ਨਾਸ਼ ਕਰਨ ਵਾਲਾ ਜਾਣਨਾ। ਉਸ ਦਾ ਨਾਮ ਹੀ ਸੰਕਟ ਕਾਟ ਹੈ। ਉਹ ਸਭ ਦੁੱਖਾਂ ਨੂੰ ਕੱਟ ਦਿੰਦਾ ਹੈ, ਸਭ ਦੁੱਖਾਂ ਨੂੰ ਨਾਸ਼ ਕਰ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਸਾਰੇ ਹੀ ਸੰਕਟਾਂ ਨੂੰ ਕੱਟਣ ਵਾਲਾ ਵਾਹਿਗੁਰੂ ਜੀ ਨੂੰ ਹੀ ਜਾਣਨਾ ਕਿ ਸਭ ਬਿਪਤਾਂ ਦੇ ਨਾਸ਼ ਕਰਨ ਵਾਲੇ ਹਨ। ਮਨ ਕਾ ਮਾਰਨ ਸੁਗਮ ਹੈ, ਤਨ ਕੋ ਬੰਧਵਾਦ। ਮਨ ਨੂੰ ਮਾਰਨਾ ਤਾਂ ਸੌਖਾ ਹੁੰਦਾ ਹੈ ਜੇ ਆਪਣੇ ਤਨ ਨੂੰ ਬੰਨ੍ਹ ਲਿਆ ਹੋਵੇ, ਸਰੀਰ ਨੂੰ ਕਾਬੂ ਵਿੱਚ ਕਰ ਲਿਆ ਹੋਵੇ। ਜੇ ਸਰੀਰ ਦੇ ਸੁੱਖ ਹੀ ਨਹੀਂ ਕਾਬੂ ਵਿੱਚ ਆਏ ਤਾਂ ਮਨ ਕੀ ਮਾਰੇ ਜਾਣਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਆਪਣੇ ਸਰੀਰ ਨੂੰ ਵਸ ਨਹੀਂ ਕਰਦਾ ਉਹਦੇ ਕੋਲੋਂ ਮਨ ਨਹੀਂ ਵਸ ਆਉਂਦਾ ਹੈ। ਸਤ ਸੰਗਤ ਜੀ, ਪਹਿਲਾਂ ਹੁੰਦਾ ਬਾਹਰਲੀਆਂ ਇੰਦਰੀਆਂ ਦਾ ਦਮਨ ਕਰਨਾ। ਚੱਲਦੀਆਂ ਤਾਂ ਇਹ ਵੀ ਮਨ ਦੇ ਆਸਰੇ ਹਨ, ਪਰ ਗਰੀਬ ਨਵਾਜ ਸਤਿਗੁਰੂ ਕਹਿੰਦੇ ਨੇ ਹੱਠ ਕੀਤਾ ਜਾ ਸਕਦਾ ਹੈ। ਅੱਗੇ ਮਨ ਦੀ ਗਤੀ ਨੂੰ ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ। ਪਹਿਲਾਂ ਸਰੀਰ ਦੇ ਉੱਤੇ ਜਿਹੜੇ ਆ ਜਗਿਆਸੂ ਉਹ ਸਤ ਸੰਗਤ ਜੀ ਬੰਨਣ ਪਾਉਂਦੇ ਹੈ, ਨੇਤਰਾਂ ਦੇ ਉੱਤੇ ਬੰਨਣ ਪਾ ਲੈਂਦੇ ਹੈ। ਆਪਣੇ ਕੰਨਾਂ ਦੇ ਨਾਲ ਨਿੰਦਾ ਚੁਗਲੀ ਕਰਨ ਤੋਂ ਜਿਹੜਾ ਹੈ ਉਹ ਆਪਣੇ ਮਨ ਨੂੰ ਰੋਕ ਲੈਂਦੇ ਹੈ। ਕੌੜਾ ਤੇ ਫਿੱਕਾ ਬੋਲਣ ਤੋਂ ਮਨ ਨੂੰ ਰੋਕ ਲੈਂਦੇ ਹੈ। ਇਸ ਪ੍ਰਕਾਰ ਉਹ ਆਪਣੇ ਮਨ ਨੂੰ ਕੁਸੰਗਤ ਤੋਂ ਜਾਣ ਵਾਸਤੇ ਜਿਹੜਾ ਹੈ ਲੱਤਾਂ ਨੂੰ ਰੋਕ ਲੈਂਦੇ ਹੈ। ਸਰੀਰ ਦੇ ਉੱਤੇ ਬੰਨਣ ਮਾਰਦੇ ਹਨ। ਜਦੋਂ ਸਰੀਰ ਵੱਜਦਾ ਹੈ ਨਾ, ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਨ ਨੂੰ ਵੀ ਪਕੜਨਾ ਸੌਖਾ ਹੋ ਜਾਂਦਾ ਹੈ। ਕਿਉਂਕਿ ਮਨ ਜਿਹੜਾ ਹੈ ਉਹ ਇਹਨਾਂ ਜਿਹੜਾ ਹੈ ਭਗਤੀ ਤਾਂ ਨਹੀਂ ਕਰਨਾ ਚਾਹੁੰਦਾ। ਸਤ ਸੰਗਤ ਵਿੱਚ ਏਡੀ ਛੇਤੀ ਮਨ ਨਹੀਂ ਲੱਗਦਾ, ਨਾਮ ਵਿੱਚ ਇੰਨੀ ਛੇਤੀ ਨਹੀਂ ਜੁੜਦਾ। ਪਰ ਇਹਨਾਂ ਹੱਠ ਕਰਨ ਦੇ ਕਰਕੇ ਮਨ ਦਾ ਸੁਭਾਅ ਜਿਹੜਾ ਫਿਰ ਹੌਲੀ ਹੌਲੀ ਐਸਾ ਬਣਨ ਲੱਗ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਫਿਰ ਭਾਈ ਮਨ ਨੂੰ ਫੜਨਾ ਸੌਖਾ ਹੋ ਜਾਂਦਾ ਏ ਜੇ ਸਰੀਰ ਦੇ ਨਾਲ ਤੁਸੀਂ ਬਹਿ ਕੇ ਸਤ ਸੰਗਤ ਕਰੋ, ਸਰੀਰ ਕਰਕੇ ਹੀ ਬਾਣੀ ਪੜ੍ਹੋ। ਜੇ ਤੁਸੀਂ ਸਰੀਰ ਕਰਕੇ ਵੀ ਬਾਣੀ ਨਹੀਂ ਫੜਦੇ ਤਾਂ ਮਨ ਕਿੱਥੋਂ ਪਕੜਿਆ ਜਾਵੇਗਾ। ਜਦੋਂ ਅਸੀਂ ਗੁਟਕਾ ਸਾਹਿਬ ਹੱਥਾਂ ਵਿੱਚ ਫੜਿਆ ਹੁੰਦਾ ਹੈ ਤਾਂ ਸਰੀਰ ਕਰਕੇ ਫੜਿਆ ਹੁੰਦਾ ਹੈ, ਮਨ ਨਹੀਂ ਉੱਥੇ ਹੁੰਦਾ ਜਿੱਥੇ ਅਸੀਂ ਬਾਣੀ ਦੀਆਂ ਪੰਕਤੀਆਂ ਪੜ੍ਹ ਰਹੇ ਹੁੰਦੇ ਹਾਂ। ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਕਿ ਮੁਖੋਂ ਗੰਢ ਲਾਵਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਮਨ ਵਿੱਚ ਪ੍ਰੀਤ ਹੈ ਨਹੀਂ, ਮੁਖ ਤੋਂ ਹੀ ਗੰਢ ਲਾਉਣੀ। ਪਰ ਸਤ ਸੰਗਤ ਜੀ, ਇਸ ਦਾ ਫਲ ਤਾਂ ਬਹੁਤ ਘੱਟ ਹੈ, ਪਰ ਫਲ ਮਿਲਦਾ ਜ਼ਰੂਰ ਹੈ। ਇਹ ਨਹੀਂ ਕਿ ਇਸ ਦਾ ਫਲ ਕੁਝ ਵੀ ਨਹੀਂ ਮਿਲਦਾ। ਹੌਲੀ ਹੌਲੀ ਜਿਹੜਾ ਹੈ ਨਾ ਸਰੀਰ ਦੇ ਨਾਲ ਮਨ ਹੌਲੀ ਹੌਲੀ ਮੰਨਣ ਲੱਗ ਜਾਂਦਾ ਹੈ। ਤੇ ਹੋਰ ਕਿਸੇ ਦਵਾਈ ਦੇ ਨਾਲ ਜਾਂ ਹੋਰ ਕਿਸੇ ਯਤਨ ਨਾਲ ਮਨ ਨਹੀਂ ਰੁਕਦਾ। ਮਨ ਰੁਕਦਾ ਬਾਣੀ ਪੜ੍ਹਨ ਦੇ ਨਾਲ ਹੀ। ਇਸ ਕਰਕੇ ਸਤਿਗੁਰੂ ਕਹਿੰਦੇ ਜਿਨ੍ਹਾਂ ਨੇ ਭਾਈ ਆਪਣੇ ਤਨ ਨੂੰ ਬੰਨਿਆ, ਆਪਣੇ ਤਨ ਕਰਕੇ ਸੰਗਤ ਕਰਦੇ ਆ, ਤਨ ਕਰਕੇ ਸੇਵਾ ਕਰਦੇ ਆ, ਤਨ ਕਰਕੇ ਬਾਣੀ ਪੜ੍ਹਦੇ ਆ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਮਨ ਜਿਹੜਾ ਨਾ ਫਿਰ ਬੜਾ ਹੀ ਸੁਗਮ ਸੌਖੇ ਤਰੀਕੇ ਨਾਲ ਨਾਮ ਵਿੱਚ ਲੱਗ ਜਾਂਦਾ ਹੈ। ਸੁਧ ਵਿਹਾਰੀ ਕਾਰਗੁਰ ਦੁਖ ਛੋਟੀਏ ਬਾਦ। ਫਿਰ ਮਹਾਰਾਜ ਨੇ ਕਿਹਾ ਕਿ ਸ਼ੁੱਧ ਵਿਹਾਰ ਕਰਨਾ। ਵਿਹਾਰ ਦੇ ਅੰਦਰ ਕਦਾਚਿਤ ਵੀ ਕੋਈ ਐਸਾ ਔਗਣ ਨਹੀਂ ਕਰਨਾ, ਕਿਸੇ ਨਾਲ ਕੋਈ ਧਰੋਹ ਨਹੀਂ ਕਮਾਉਣਾ, ਪਾਪ ਜਾਂ ਬਦਫੈਲੀ ਨਹੀਂ ਕਰਨੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਿਹਾਰ ਸ਼ੁੱਧ ਜਿਹੜਾ ਕਰਨਾ ਹੈ। ਦੁਬਾਰਾ ਪੜ੍ਹਿਓ। ਸੁਧ ਵਿਹਾਰੀ ਕਾਰਗੁਰ ਦੁਖ ਛੋੜੀਏ ਬਾਦ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੀ ਜਿਹੜੀ ਕਾਰ ਹੈ ਨਾ ਉਹ ਵੀ ਸਤਿਗੁਰੂ ਕਹਿੰਦੇ ਹਨ ਜ਼ਰੂਰ ਇਸ ਪ੍ਰਕਾਰ ਦੇਵੇ ਤੇ ਦੋਸ਼ਾਂ ਨੂੰ ਛੱਡ ਦੇਵੇ ਤੇ ਵਿਅਰਥ ਦੇ ਜਿਹੜੇ ਬਾਦ ਝਗੜੇ ਆ ਉਹਨਾਂ ਨੂੰ ਵੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਡਾ ਸਿੱਖ ਛੱਡ ਦੇਵੇ। ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਪਵਿੱਤਰ ਉਪਦੇਸ਼ ਬਿਸ਼ੰਬਰ ਦਾਸ ਦੇ ਤਾਈਂ ਦੇ ਰਹੇ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੇ ਜਿੱਥੇ ਦੋਸ਼ਾਂ ਦਾ ਪਾਪਾਂ ਦਾ ਤਿਆਗ ਕਰਨਾ ਹੈ, ਵਿਅਰਥ ਦੇ ਜਿਹੜੇ ਬਾਦ ਝਗੜੇ ਹੁੰਦੇ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਵੀ ਸਾਡਾ ਸਿੱਖ ਤਿਆਗ ਕਰ ਦੇਵੇ। ਮਾਲ ਲਾਲ ਔਰ ਸਾਲ ਮੈਂ ਖਾਲ ਚਾਲ ਵਾਚਾਲ। ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੋਏ ਬਿਸ਼ੰਬਰ ਦਾਸ ਦੇ ਤਾਈਂ ਕਹਿੰਦੇ ਹੈ ਕਿ ਬਿਸ਼ੰਬਰ ਦਾਸ ਐਸਾ ਸਮਾਂ ਆ ਜਾਵੇ ਕਿ ਬਹੁਤ ਜ਼ਿਆਦਾ ਕੋਲ ਧਨ ਮਾਲ ਆ ਜਾਵੇ, ਸੋਹਣੇ ਹੀਰੇ ਜਵਾਹਰਾਤ ਲਾਲ ਆ ਜਾਣ, ਬੜਾ ਹੀ ਅਮੀਰ ਹੋ ਜਾਵੇ, ਪਰ ਆਪਣੀ ਚਾਲ ਜਿਹੜੀ ਆ ਉਹ ਗੁਰਸਿੱਖਾਂ ਵਾਲੀ ਰੱਖੇ, ਰਹਿਤ ਮਰਿਆਦਾ ਵਿੱਚ ਪਰਪੱਕ ਰਹੇ। ਜਾਂ ਮਹਾਰਾਜ ਕਹਿੰਦੇ ਐਸਾ ਸਮਾਂ ਵੀ ਬਣ ਜਾਵੇ ਕਿ ਜਦੋਂ ਕੋਲ ਪਾਉਣ ਵਾਸਤੇ ਟੁੱਟੀ ਜੁੱਤੀ ਵੀ ਨਾ ਹੋਵੇ, ਇੰਨੀ ਜ਼ਿਆਦਾ ਗਰੀਬੀ ਹੋਵੇ ਤਾਂ ਵੀ ਚਾਲ ਜਿਹੜੀ ਆ ਗੁਰਸਿੱਖਾਂ ਵਾਲੀ ਰੱਖੇ। ਆਪਣਾ ਚਾਲ ਚੱਲਣ ਜਿਹੜਾ ਹੈ ਉਹ ਗੁਰਸਿੱਖਾਂ ਵਾਲਾ ਹੀ ਕਮਾਉਣਾ ਕਰੇ।
ਕਿਉਂਕਿ ਧਨ ਦਾ ਆਉਣ ਜਾਣ ਤੇ ਇੱਕ ਬਿਰਛ ਦੀ ਛਾਂ ਦੀ ਤਰ੍ਹਾਂ ਹੈ, ਇਹ ਕਦੇ ਆਉਂਦਾ ਹੈ। ਮਹਾਰਾਜ ਨੇ ਕਿਹਾ ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਦੇ ਆ ਜਾਂਦਾ ਹੈ, ਕਦੇ ਕੋਲੋਂ ਚਲਿਆ ਜਾਂਦਾ ਹੈ। ਇਸ ਦੇ ਆਉਣ ਕਰਕੇ ਵਾਹਿਗੁਰੂ ਨੂੰ ਭੁਲਾਵੇ ਨਾ, ਇਸ ਦੇ ਜਾਣ ਕਰਕੇ ਕਦੇ ਵਾਹਿਗੁਰੂ ਨੂੰ ਭੁਲਾਵੇ ਨਾ। ਕਿਉਂਕਿ ਮਹਾਰਾਜ ਕਹਿੰਦੇ ਹਨ ਜਦੋਂ ਧਨ ਪ੍ਰਾਪਤ ਹੋ ਜਾਂਦਾ ਹੈ ਉਦੋਂ ਜੀਵ ਖੁਸ਼ ਹੋ ਕੇ ਨਿਰੰਕਾਰ ਨੂੰ ਭੁੱਲ ਜਾਂਦਾ ਹੈ। ਖੁਸ਼ੀ ਵਿੱਚ ਆਇਆ ਹੋਇਆ ਹੀ ਰੱਬ ਨੂੰ ਯਾਦ ਨਹੀਂ ਕਰਦਾ, ਪਰ ਜਦੋਂ ਕੋਲੋਂ ਚਲਿਆ ਜਾਂਦਾ ਹੈ ਉਸ ਸਮੇਂ ਇੰਨਾ ਦੁਖੀ ਹੁੰਦਾ ਹੈ ਕਿ ਦੁੱਖ ਵਿੱਚ ਵੀ ਫਿਰ ਇੰਨਾ ਕੁਰਲਾ ਉੱਠਦਾ, ਇਹਨੂੰ ਨਿਰੰਕਾਰ ਦਾ ਨਾਮ ਜਪਣ ਦੀ ਸੁੱਧ ਨਹੀਂ ਹੁੰਦੀ। ਵਿਆਕੁਲ ਹੋਇਆ ਹੀ ਤੜਫੀ ਜਾਂਦਾ ਹੈ। ਜਿਹਨੇ ਕਦੇ ਵਾਹਿਗੁਰੂ ਦਾ ਨਾਮ ਨਾ ਜਪਿਆ ਹੋਵੇ, ਜਦੋਂ ਪੀੜਾ ਦੇ ਸਹਿਤ ਹੋਵੇ ਉਹਨੂੰ ਕਹੋ ਕਿ ਵਾਹਿਗੁਰੂ ਕਹਿ, ਉਸ ਕੋਲੋਂ ਵਾਹਿਗੁਰੂ ਨਹੀਂ ਫਿਰ ਕਿਹਾ ਜਾਂਦਾ, ਉਹ ਹਾਏ ਹਾਏ ਸ਼ਬਦ ਹੀ ਬੋਲਦਾ ਹੈ। ਇਹ ਤਾਂ ਗੁਰਮੁਖ ਹਨ ਜਿਹੜੇ ਸੁੱਖ ਦੇ ਵਿੱਚ ਵੀ ਵਾਹਿਗੁਰੂ ਜੀ ਨੂੰ ਯਾਦ ਕਰਦੇ, ਤੇ ਜਦੋਂ ਦੁੱਖ ਦਾ ਸਮਾਂ ਆਉਂਦਾ ਹੈ, ਕੋਈ ਪੀੜਾ ਹੁੰਦੀ ਹੈ, ਉਦੋਂ ਵੀ ਮੁਖ ਤੋਂ ਵਾਹਿਗੁਰੂ ਹੀ ਕਹਿੰਦੇ ਹਨ, ਕਿਉਂਕਿ ਸਭ ਪੀੜਾਂ ਦੇ ਨਾਸ਼ਕ ਵਾਹਿਗੁਰੂ ਜੀ ਹਨ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿੰਨੀ ਅਮੀਰੀ ਆ ਜਾਵੇ ਆਪਣੇ ਗੁਰਮੁਖਾਂ ਵਾਲੀ ਚਾਲ ਨਾ ਛੱਡੇ, ਕਿੰਨੀ ਗਰੀਬੀ ਆ ਜਾਵੇ ਤਾਂ ਵੀ ਗੁਰਸਿੱਖਾਂ ਵਾਲੇ ਨਿਯਮ ਨਾ ਤਿਆਗਣਾ ਕਰੇ। ਸਦਕ ਗੁਰੂ ਕਾ ਐਨ ਡੈਗ ਇਹੀ ਸਿੱਖ ਕਾ ਸਵਾਲ। ਮਹਾਰਾਜ ਕਹਿੰਦੇ ਸਿੱਖ ਵਾਸਤੇ ਇਹੀ ਸਵਾਲ ਭਾਵ ਇਹੀ ਪਰਚਾ ਹੈ ਕਿ ਗੁਰੂ ਕੇ ਸਿਦਕ ਨੂੰ ਕਮਾਵੇ, ਸਦਾ ਸਿਦਕ ਵਿੱਚ ਪਰਪੱਕ ਰਹੇ। ਜੇ ਬਹੁਤ ਮਾਇਆ ਹੈ ਤਾਂ ਗੁਰੂ ਕੇ ਅਰਥ ਉਸ ਮਾਇਆ ਨੂੰ ਖਰਚ ਕਰਕੇ ਸਫਲੀ ਕਰ ਲਵੇ। ਉਸ ਮਾਇਆ ਦੇ ਨਾਲ ਇਹਦਾ ਪਰਲੋਕ ਵੀ ਸੌਰੇਗਾ, ਮਾਇਆ ਦੇ ਨਾਲ ਬਦਫੈਲੀਆਂ ਕਰੇਗਾ ਤੇ ਮਾਇਆ ਨਰਕਾਂ ਨੂੰ ਲੈ ਜਾਵੇਗੀ। ਇਸ ਮਾਇਆ ਨਾਲ ਧਰਮ ਦੇ ਕਰਮ ਕਰੇਗਾ ਤੇ ਇਹ ਮਾਇਆ ਸਵਰਗਾਂ ਵੱਲ ਨੂੰ ਸੱਚਖੰਡ ਨੂੰ ਵੀ ਲੈ ਜਾਵੇਗੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਕੇ ਸਿੱਖ ਨੂੰ ਹਰ ਹਾਲਤ ਵਿੱਚ ਗੁਰੂ ਕਾ ਸਿਦਕ ਕਮਾਉਣਾ ਚਾਹੀਦਾ ਹੈ। ਸਿੱਖ ਵਾਸਤੇ ਇਹ ਹੈ ਕਿ ਸਦਾ ਹੀ ਸਿਦਕੀ ਰਹੇ। ਐਂਡਾ ਕੈਂਡਾ ਬੈਨੜਾ ਕੰਨਿਆ ਬੁਰਾ ਮਨਾਏ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਐਂਡਾ ਭਾਵ ਆਕੜ ਖਾਂ ਜਿਹੜਾ ਹੁੰਦਾ ਹੈ, ਤੇ ਕੈਂਡਾ ਸਾਧ ਸੰਗਤ ਜੀ ਜਿਹੜਾ ਹੰਕਾਰੀ ਹੁੰਦਾ ਹੈ। ਫਿਰ ਜਿਹੜਾ ਕੰਨਿਆਂ ਦਾ ਬੁਰਾ ਸੋਚਣ ਵਾਲਾ ਭਾਵ ਕੰਨਿਆਂ ਦਾ ਕਤਲ ਕਰ ਦੇਣ ਵਾਲਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਦਾ ਕਦਾਚਿਤ ਵੀ ਸੰਗ ਨਾ ਕਰੇ, ਕਦਾਚਿਤ ਵੀ ਉਹਨਾਂ ਦੇ ਨਾਲ ਨਾ ਬਵੇ, ਉਹਨਾਂ ਦੀ ਸੰਗਤ ਨਾ ਕਰੇ। ਉਸੇ ਸਮੇਂ ਮਹਾਰਾਜ ਕਹਿੰਦੇ ਜਿਹਦਾ ਪਤਾ ਲੱਗ ਜਾਵੇ ਏਡਾ ਹੀ ਆਕੜਿਆ ਹੰਕਾਰੀ ਹੈ, ਐਡਾ ਜ਼ਿਆਦਾ ਹੀ ਬੁਰੇ ਕੰਮ ਕਰਦਾ ਹੈ, ਕੰਨਿਆਂ ਦਾ ਘਾਤਕ ਹੈ, ਕੰਨਿਆਂ ਦਾ ਬੁਰਾ ਕਰਨ ਵਾਲਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਦਾ ਸਾਥ ਛੱਡ ਦੇਵੇ। ਬੇਮੁਖ ਹਨ ਸਭ ਤੇ ਬਚੋ ਫੂਲ ਸੰਪਦਾ ਆਏ। ਇਹ ਸਭ ਬੇਮੁਖ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹਨਾਂ ਤੋਂ ਬਚੋ। ਜੇ ਨਹੀਂ ਬਚੋਗੇ ਤੇ ਘਰ ਦੀ ਸਭ ਸੰਪਦਾ ਨਾਸ ਹੋ ਜਾਵੇਗੀ, ਘਰ ਦੇ ਸਾਰੇ ਸੁੱਖ ਚੈਨ ਨਾਸ ਹੋ ਜਾਣਗੇ ਜੇ ਤੁਸੀਂ ਇਹਨਾਂ ਤੋਂ ਨਹੀਂ ਬਚੋਗੇ। ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਦੇ ਬਚਣ ਤੋਂ ਉਪਦੇਸ਼ ਦਿੱਤਾ ਹੈ। ਆਕੜਿਆ ਹੋਵੇ, ਹੰਕਾਰੀ ਹੋਵੇ, ਕੰਨਿਆਂ ਦੇ ਬੁਰੇ ਸੋਚਣ ਵਾਲਾ ਹੋਵੇ, ਇਸ ਪ੍ਰਕਾਰ ਲੜਕੀ ਦੀ ਹੱਤਿਆ ਕਰਨ ਵਾਲਾ ਹੋਵੇ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ ਗੁਰੂ ਤੋਂ ਬੇਮੁਖ ਹੋਵੇ ਇਹਨਾਂ ਦਾ ਸਾਥ ਛੱਡ ਦਿਓ। ਜੇ ਇਹਨਾਂ ਦਾ ਸਾਥ ਨਹੀਂ ਛੱਡੋਗੇ ਤੇ ਘਰ ਦੀ ਸੰਪਦਾ ਵਿਭੂਤੀ ਜਿਹੜੀ ਹੈ ਸਾਰੀ ਨਾਸ ਹੋ ਜਾਵੇਗੀ, ਘਰ ਦੇ ਸੁੱਖ ਚੈਨ ਸਭ ਨਾਸ ਹੋ ਜਾਣਗੇ। ਨਾਰੀ ਕੀ ਮਾਨੈ ਨਹੀਂ ਬਾਲ ਨਾ ਕਰਨਾ ਮੀਤ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਸਾਧ ਸੰਗਤ ਜੀ ਇਸ ਦੇ ਅਰਥ ਇਹ ਨਹੀਂ ਕਿ ਮਹਾਰਾਜ ਨੇ ਕਿਹਾ ਕਿ ਔਰਤ ਦੇ ਕਹੇ ਨਹੀਂ ਲੱਗਣਾ, ਇਸ ਦਾ ਅਰਥ ਨਹੀਂ ਇਹ ਹੁੰਦਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਪਸ਼ਟ ਰੂਪ ਵਿੱਚ ਸਮਝਣ ਵਾਸਤੇ ਤਾਂ ਇਹੀ ਆ ਰਿਹਾ ਹੈ ਕਿ ਮਹਾਰਾਜ ਨੇ ਕਿਹਾ ਹੈ ਕਿ ਨਾਰੀ ਕੀ ਮਾਨੈ ਨਹੀਂ, ਜਿਹੜੀ ਇਸਤਰੀ ਆ ਉਹਦੀ ਕਈ ਗੱਲ ਨਹੀਂ ਮੰਨਣੀ ਚਾਹੀਦੀ ਤੇ ਬਾਲਕ ਨੂੰ ਮੀਤ ਨਹੀਂ ਬਣਾਉਣਾ ਚਾਹੀਦਾ। ਇਹ ਸਤਿਗੁਰੂ ਜੀ ਨੇ ਜੋ ਇਸ ਵਿੱਚ ਕਿਹਾ ਭੇਦ ਇਹ ਹੈ, ਜਿਵੇਂ ਸਾਧ ਸੰਗਤ ਜੀ ਕਈ ਪੁਰਸ਼ ਐਸੇ ਹੁੰਦੇ ਹੈ ਕਿ ਜਿਹੜੇ ਇਸ ਪ੍ਰਕਾਰ ਆਪਣੀ ਬੁੱਧੀ ਦੀ ਤਾਕਤ ਨਾਲ ਸੋਚਦੇ ਹੀ ਨਹੀਂ, ਜੋ ਇਸਤਰੀ ਨੇ ਕਹਿ ਦਿੱਤਾ ਉਸੇ ਤਰ੍ਹਾਂ ਹੀ ਉਹ ਚੱਲਦੇ ਹੈ। ਤੇ ਉਹਨਾਂ ਦੀ ਬਾਬਤ ਸਤਿਗੁਰੂ ਜੀ ਨੇ ਕਿਹਾ ਹੈ ਕਿ ਜੋਰਾਂ ਕਾ ਪੁੱਛਿਆ ਸੇ ਪੁਰਖ ਕਮਾਮਦੇ ਸੇ ਅਪਵਿੱਤ ਅਮੇਧ ਖਲਾ। ਮਹਾਰਾਜ ਕਹਿੰਦੇ ਨੇ ਜਿਹੜੇ ਇਸਤਰੀ ਨੂੰ ਹੀ ਪੁੱਛ ਕਰਕੇ ਚੱਲਦੇ ਆ, ਆਪਣੀ ਮਾਤੀ ਕੱਖ ਨਹੀਂ ਵਰਤਦੇ, ਜਾਂ ਇਸ ਪ੍ਰਕਾਰ ਮੋਹ ਦੇ ਬੱਝੇ ਹੋਏ, ਜੋ ਸਹੀ ਗੱਲ ਹੋਵੇ ਜੇ ਇਸਤਰੀ ਉਸ ਨੂੰ ਵੀ ਉਲਟ ਕਰਕੇ ਦੱਸੇ ਤਾਂ ਉਸੇ ਨੂੰ ਹੀ ਮੰਨ ਲੈਣਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਕਿਹਾ ਕਿ ਇਹਨਾਂ ਮੋਹ ਕਰਕੇ ਆਖੇ ਨਹੀਂ ਲੱਗੀ ਜਾਣਾ ਚਾਹੀਦਾ, ਗੁਰੂ ਕੀ ਮੱਤ ਨੂੰ ਧਾਰਨ ਕਰਨਾ ਚਾਹੀਦਾ। ਗੁਰੂ ਸਾਹਿਬ ਕੀ ਕਹਿੰਦੇ ਆ ਉਸ ਅਨੁਸਾਰ ਕਾਰਜ ਕਰਨਾ ਚਾਹੀਦਾ, ਨਾ ਕਿ ਇਸਤਰੀ ਜਿਸ ਤਰ੍ਹਾਂ ਕਹੇ ਉਸ ਤਰ੍ਹਾਂ ਕਾਰਜ ਕਰਨਾ ਚਾਹੀਦਾ ਹੈ।
ਜੇ ਗੁਰੂ ਸਾਹਿਬ ਜੀ ਕਹਿੰਦੇ ਅੰਮ੍ਰਿਤ ਛਕ ਕਰਕੇ ਮੁਕਤੀ ਹੋਵੇਗੀ ਤਾਂ ਗੁਰੂ ਸਾਹਿਬ ਦਾ ਬਚਨ ਮੰਨਣਾ ਚਾਹੀਦਾ, ਨਾ ਕਿ ਇਸਤਰੀ ਦੇ ਆਖੇ ਲੱਗ ਕਰਕੇ ਕਹੇ ਕਿ ਮੈਂ ਅੰਮ੍ਰਿਤ ਨਹੀਂ ਛਕਣਾ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਨ ਕਿ ਭਾਈ ਇਸ ਪ੍ਰਕਾਰ ਕੋਈ ਹਰ ਗੱਲ ਜਿਹੜੀ ਹੈ ਨਾ ਇਸਤਰੀ ਦੇ ਆਖੇ ਲੱਗ ਕਰਕੇ ਕਰੀ ਜਾਣੀ, ਮੋਹ ਵਿੱਚ ਆ ਕਰਕੇ ਨਹੀਂ ਠੀਕ। ਤੇ ਬਾਲਕ ਨੂੰ ਮਿੱਤਰ ਬਣਾਉਣਾ, ਜਿਸ ਪ੍ਰਕਾਰ ਸੋ ਉਹਨੂੰ ਅਜੇ ਸੋਝੀ ਨਹੀਂ, ਜਵਾਨ ਅਵਸਥਾ ਨਹੀਂ ਆਈ, ਪ੍ਰੌਢਿਆ ਅਵਸਥਾ ਨਹੀਂ ਆਈ, ਬਾਲਕ ਨੂੰ ਮਿੱਤਰ ਬਣਾਉਣਾ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਦਾਚਿਤ ਵੀ ਜਿਹੜਾ ਫਾਇਦੇਮੰਦ ਨਹੀਂ ਹੁੰਦਾ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਨੇ ਕਿ ਬਾਲਕ ਨੂੰ ਕਦਾਚਿਤ ਵੀ ਬਿਸੰਬਰ ਦਾਸ ਮਿੱਤਰ ਨਹੀਂ ਬਣਾਉਣਾ ਚਾਹੀਦਾ। ਡੋਲੇ ਨਹਿ ਮਨ ਜੁਧ ਮਹਿ ਨਿਰਦੁਖ ਕਰਨੀ ਰੀਤ। ਤੇ ਇਸ ਪ੍ਰਕਾਰ ਜਿਹੜੀ ਰੀਤੀ ਮਰਿਆਦਾ ਕਰਨੀ ਕਿਹੜੀ ਹੈ? ਨਿਰਦੋਸ਼, ਜਿਸ ਵਿੱਚ ਕੋਈ ਦੋਸ਼ ਨਾ ਪਾਪ ਨਾ ਹੋਵੇ, ਉਹ ਕਰਨੀ ਚਾਹੀਦੀ ਹੈ। ਕੰਮ ਉਹ ਕਰੋ ਜਿਸ ਦੇ ਕਰਨ ਵਿੱਚ ਰਤਾ ਮਾਤਰ ਵੀ ਕੋਈ ਪਾਪ ਨਾ ਹੋਵੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਪ੍ਰਕਾਰ ਐਸੇ ਧਰਮ ਦੇ ਕਰਮ ਕਰਨੇ ਅਤੇ ਸਦਾ ਹੀ ਪਾਪਾਂ ਤੋਂ ਰਹਿਤ ਹੋ ਕਰਕੇ ਨਿਰਦੋਸ਼ ਰੀਤੀ ਨੂੰ ਕਮਾਉਣਾ, ਜਿਸ ਵਿੱਚ ਕੋਈ ਦੋਸ਼ ਤੇ ਪਾਪ ਨਾ ਹੋਵੇ। ਦੁਬਾਰਾ ਪੜਿਓ। ਡੋਲੇ ਨਹਿ ਮਨ ਜੁਧ ਮਹਿ ਨਿਰਦੁਖ ਕਰਨੀ ਰੀਤ। ਤੇ ਫਿਰ ਮਹਾਰਾਜ ਕਹਿੰਦੇ ਯੁੱਧ ਦੇ ਵਿੱਚ ਡੋਲੇ ਨਾ। ਜਦੋਂ ਧਰਮ ਯੁੱਧ ਹੋਣ ਲੱਗ ਪਵੇ ਉਸ ਸਮੇਂ ਫਿਰ ਚਿੱਤ ਵਿੱਚ ਡੋਲੇ ਨਾ ਕਿ ਹੁਣ ਕੀ ਹੋਵੇਗਾ, ਉਧਰ ਫੌਜਾਂ ਜਾਂਦੀਆਂ, ਉਧਰ ਵਧੇਰੇ ਜਾਣੇ ਖਲੋਤੇ ਆ, ਉਹ ਨਾ ਸੋਚੇ। ਫਿਰ ਮਹਾਰਾਜ ਕਹਿੰਦੇ ਉਦੋਂ ਗੁਰੂ ਨੂੰ ਯਾਦ ਕਰਕੇ ਫਿਰ ਇਹ ਆਪਣੇ ਮੁਖ ਤੋਂ ਬਚਨ ਪੜ੍ਹ ਲਵੇ ਕਿ ਜਬ ਆਵ ਕੀ ਆਉਦ ਨਿਧਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਾਰੋ। ਉਦੋਂ ਜੂਝਦਾ ਹੋਇਆ ਧਰਮ ਵਾਸਤੇ ਫਿਰ ਸ਼ਹੀਦ ਹੋ ਜਾਵੇ, ਆਪਣੀ ਜ਼ਿੰਦਗੀ ਨਾਲ ਆਪਣੇ ਪ੍ਰਾਣਾਂ ਨਾਲ ਪਿਆਰ ਨਾ ਕਰੇ। ਧਰਮ ਯੁੱਧ ਦੇ ਵਿੱਚ ਮਹਾਰਾਜ ਕਹਿੰਦੇ ਚਿੱਤ ਨਾ ਡੁਲਾਵੇ, ਅੱਗੇ ਹੋ ਕਰਕੇ ਵੱਧ ਕਰਕੇ ਜਦੋਂ ਜੰਗ ਕਰੇ ਤੇ ਸੂਰਬੀਰਾਂ ਯੋਧਿਆਂ ਦੇ ਹੀ ਜਿਹੜੀ ਇਸ ਪ੍ਰਕਾਰ ਜਿੱਤ ਚਰਨ ਚੁੰਮਦੀ ਹੈ। ਵਿਜੇ ਸ਼੍ਰੀ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਵਸਦੀ ਹੈ ਜਿਹੜੇ ਯੋਧੇ ਤੇ ਸੂਰਮੇ ਹੁੰਦੇ ਹਨ। ਸਿੱਖ ਕੀਆ ਤਬ ਹਰ ਗੋਪਾਲ ਚਰਨ ਪੌਲੀ ਦੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪੌਲੀਏ ਨੂੰ, ਚਰਨ ਪੌਲੀਏ ਨੂੰ, ਹਰ ਗੋਪਾਲ ਨੂੰ ਗਰੀਬ ਨਵਾਜ ਸਤਿਗੁਰੂ ਨੇ ਸਿੱਖੀ ਪ੍ਰਦਾਨ ਕੀਤੀ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਇਸ ਦਾ ਨਾਮ ਗੋਪਾਲ ਸਿੰਘ ਰੱਖਿਆ। ਇਹ ਹਰ ਗੋਪਾਲ ਉਹੋ ਹੀ ਹੈ ਜੋ ਬਿਸੰਬਰ ਦਾਸ ਦਾ ਪੁੱਤਰ ਸਤਿਗੁਰੂ ਦੇ ਉੱਤੇ ਸ਼ੰਕਾ ਕਰਦਾ ਸੀ। ਗਰੀਬ ਨਵਾਜ ਸਤਿਗੁਰੂ ਨੇ ਨਿਹਾਲ ਕਰ ਦਿੱਤਾ ਬਿਸੰਬਰ ਦਾਸ ਦੇ ਬੇਨਤੀ ਕਰਨ ਤੋਂ। ਸੱਚੇ ਪਾਤਸ਼ਾਹ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕਰਕੇ ਇਸ ਨੂੰ ਗੋਪਾਲ ਸਿੰਘ ਨਾਮ ਦੇਣਾ ਕੀਤਾ। ਸਤਿਗੁਰ ਪੂਰਨ ਵਾਕ ਸੁਣ ਸਿੱਖ ਕਹੇਗਾ ਸ਼੍ਰੇ। ਤੇ ਸਮੇਂ ਮਹਾਰਾਜ ਜੀ ਦੇ ਐਸੇ ਪੂਰਨ ਵਾਕ ਸੁਣ ਕਰਕੇ, ਪਵਿੱਤਰ ਬਚਨ ਸੁਣ ਕਰਕੇ ਨਿਹਾਲ ਹੋ ਗਏ। ਗਰੀਬ ਨਵਾਜ ਸਤਿਗੁਰੂ ਕਹਿੰਦੇ ਭਾਈ ਇਹਨਾਂ ਬਚਨਾਂ ਨੂੰ ਕਮਾਵੋਗੇ ਤਾਂ ਗੁਰੂ ਨਾਨਕ ਸਾਹਿਬ ਤੁਹਾਡੀ ਸ਼੍ਰੇ ਮੁਕਤੀ ਕਰ ਦੇਣਗੇ। ਸੱਚੇ ਪਾਤਸ਼ਾਹ ਮਹਾਰਾਜ ਤੁਹਾਨੂੰ ਮੋਕਸ਼ ਵਿੱਚ ਲੈ ਜਾਣਗੇ ਜੇ ਤੁਸੀਂ ਸਤਿਗੁਰੂ ਦੇ ਬਚਨਾਂ ਨੂੰ ਕਮਾਵੋਗੇ। ਦੋਹਰਾ ਹਰ ਗੋਪਾਲ ਸਿੱਖ ਹੋਏ ਕਰ ਪਿਤਾ ਬਿਸੰਬਰ ਦਾਸ। ਹਰ ਗੋਪਾਲ ਮਹਾਰਾਜ ਦਾ ਸਿੰਘ ਸਜ ਗਿਆ, ਗੋਪਾਲ ਸਿੰਘ ਇਸ ਦਾ ਨਾਮ ਹੋਇਆ ਹੈ ਤੇ ਬਿਸੰਬਰ ਦਾਸ ਇਸ ਦਾ ਪਿਤਾ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਨੂੰ ਵੀ ਤੇ ਸਮੇਂ ਅੰਮ੍ਰਿਤ ਦੀ ਦਾਤ ਬਖਸ਼ਣਾ ਕੀਤੀ ਸੀ। ਇਤਿਹਾਸ ਜ਼ਿਕਰ ਕਰਦਾ ਹੈ ਵੀ ਅੰਮ੍ਰਿਤ ਛਕ ਕਰਕੇ ਬਿਸੰਬਰ ਸਿੰਘ ਬਣਿਆ ਸੀ। ਹੱਥ ਜੋੜ ਬੂਝਣ ਲਗਿਓ ਸ੍ਰੀ ਸਤਿਗੁਰ ਕੇ ਪਾਸ। ਹੱਥ ਜੋੜ ਕੇ ਫਿਰ ਇਹ ਗੋਪਾਲ ਜਿਹੜਾ ਹਰ ਗੋਪਾਲ ਹੈ ਭਾਵ ਗੋਪਾਲ ਸਿੰਘ ਸਤਿਗੁਰੂ ਜੀ ਨੂੰ ਪੁੱਛਣ ਲੱਗਾ, ਜੇ ਨਹਿ ਸਿੱਖ ਵਿਹਾਲ ਹੋਵੇ ਨਾ ਸਿਦਕੀ ਮੇਲ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦਾ ਹੈ ਗਰੀਬ ਨਵਾਜ ਸਤਿਗੁਰੂ ਕੀ ਜੇ ਜਦੋਂ ਸਿੱਖ ਅੰਮ੍ਰਿਤ ਨਹੀਂ ਛਕਦਾ ਤੇ ਸਿੱਖੀ ਵਿੱਚ ਬਹਾਲ ਨਹੀਂ ਹੁੰਦਾ? ਕੀ ਮਹਾਰਾਜ ਉਹਦਾ ਸਿਦਕ ਦਾ ਇਸ ਪ੍ਰਕਾਰ ਮਿਲਾਪ ਨਹੀਂ ਹੁੰਦਾ? ਜੇ ਉਹ ਅੰਮ੍ਰਿਤ ਨਾ ਛਕੇ ਉਹਨੂੰ ਮਹਾਰਾਜ ਸਿੱਖੀ ਸਿਦਕ ਵਿੱਚੋਂ ਪ੍ਰਪੱਕ ਨਹੀਂ ਹੋ ਸਕਦਾ? ਸਤਿਗੁਰੂ ਪਾਤਸ਼ਾਹ ਜੀ ਨੂੰ ਇਹ ਗੋਪਾਲ ਸਿੰਘ ਨੇ ਅੰਮ੍ਰਿਤ ਛਕਣ ਤੋਂ ਉਪਰੰਤ ਪੁੱਛਿਆ। ਆਪਾਂ ਨੂੰ ਵੀ ਕਈ ਪੁੱਛਦੇ ਹੁੰਦੇ ਅੰਮ੍ਰਿਤ ਛਕਣਾ ਜ਼ਰੂਰੀ ਹੈ, ਕੀ ਅੰਮ੍ਰਿਤ ਛਕੇ ਤੋਂ ਬਿਨਾਂ ਗੁਰੂ ਨਾਨਕ ਸਾਹਿਬ ਦੇ ਅਸੀਂ ਸਿੱਖ ਨਹੀਂ ਹੋ ਸਕਦੇ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਭਾਈ ਗੋਪਾਲ ਸਿੰਘ ਨੇ ਹੁਣ ਪੁੱਛਿਆ, ਮਹਾਰਾਜ ਜੀ ਤੇ ਕੀ ਇਹ ਅੰਮ੍ਰਿਤ ਛਕ ਕੇ ਮਹਾਰਾਜ ਸਿੱਖੀ ਵਿੱਚ ਬਹਾਲ ਹੋ ਸਕੀਦਾ ਹੈ? ਅੰਮ੍ਰਿਤ ਛਕ ਕੇ ਹੀ ਸਿਦਕ ਕਮਾ ਸਕੀਦਾ? ਅੰਮ੍ਰਿਤ ਛਕੇ ਤੋਂ ਬਿਨਾਂ ਮਹਾਰਾਜ ਕੀ ਸਿੱਖੀ ਨਹੀਂ ਪ੍ਰਾਪਤ ਹੁੰਦੀ? ਗਰੀਬ ਨਵਾਜ ਸਤਿਗੁਰੂ ਨੂੰ ਪੁੱਛਦਾ ਹੈ, ਕੈਸੇ ਪੌਲ ਚਰਨ ਕੀ ਸਿੱਖ ਬਤਾਵੋ ਖੇਲ। ਮਹਾਰਾਜ ਇਹ ਸਾਰੀ ਖੇਲ ਦੱਸੋ ਕਿ ਚਰਨ ਪੌਲ ਦੀ ਫਿਰ ਕੀ ਮਰਜ਼ਾਦਾ ਹੈ। ਚਰਨ ਪੌਲ ਮਹਾਰਾਜ ਸੱਚੇ ਪਾਤਸ਼ਾਹ ਵੱਡੇ ਸਤਿਗੁਰੂ ਜੀ ਦਿੰਦੇ ਰਹੇ ਆ, ਤੁਸੀਂ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਨੇ ਹੋ। ਗਰੀਬ ਨਵਾਜ ਸਤਿਗੁਰੂ ਇਸ ਦਾ ਭੇਦ ਦੱਸੋ। ਇਸ ਪ੍ਰਕਾਰ ਕਈ ਕਹਿੰਦੇ ਆ ਕਿ ਇਹ ਸਹਿਜਧਾਰੀ ਸਿੱਖ ਹੈ, ਜਿਹਨੇ ਕੇਸ ਨਾ ਰੱਖੇ ਹੁਣ ਉਹਨੂੰ ਸਹਿਜਧਾਰੀ ਸਿੱਖ ਕਹਿ ਦਿੰਦੇ ਆ।
ਸਾਧ ਸੰਗਤ ਜੀ ਸਿੱਖ ਉਹੋ ਹੀ ਹੁੰਦਾ ਜਿਹਦੇ ਕੇਸ ਰੱਖੇ ਹੋਣ। ਜਿਹਦੇ ਕੇਸ ਨਹੀਂ ਰੱਖੇ ਹੁੰਦੇ ਉਹ ਸਿੱਖ ਨਹੀਂ ਅਖਵਾ ਸਕਦਾ। ਸਹਿਜਧਾਰੀ ਸ਼ਬਦ ਤਾਂ ਇੱਕ ਸਾਧ ਸੰਗਤ ਜੀ ਸਿੱਖਾਂ ਦੇ ਅੰਦਰ ਘੁਸਪੈਠ ਕਰਨ ਵਾਸਤੇ ਰੱਖ ਦਿੱਤਾ ਗਿਆ। ਸਿੱਖ ਤਾਂ ਉਹੋ ਹੀ ਆ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਅੰਮ੍ਰਿਤਧਾਰੀ ਸਿੰਘ ਹੈ। ਇਸ ਪ੍ਰਕਾਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਜਿਹੜੇ ਹੈ ਨਾ ਉਹ ਸਾਧ ਸੰਗਤ ਜੀ ਐਸਾ ਬਣਾ ਦਿੱਤਾ ਗਿਆ ਕਿ ਜਿਨ੍ਹਾਂ ਨੇ ਕੇਸ ਨਹੀਂ ਰੱਖੇ ਜੀ ਸਹਿਜਧਾਰੀ ਸਿੱਖ ਹਨ, ਇਹ ਵੀ ਵੋਟ ਪਾ ਸਕਦੇ ਆ। ਤੇ ਸਾਧ ਸੰਗਤ ਜੀ ਇੱਕ ਦਿਨ ਐਸਾ ਵੀ ਹੋਵੇਗਾ ਜਿਸ ਦਿਨ ਕਹਿਣਗੇ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਫਿਰ ਕਲੀਨ ਸ਼ੇਪ ਸਹਿਜਧਾਰੀ ਸਿੱਖ ਹੀ ਹੋ ਸਕਦਾ ਹੈ। ਉਸ ਨੂੰ ਹੀ ਬਣਾ ਦੇਣਗੇ, ਕਿਉਂਕਿ ਵੋਟਾਂ ਦਾ ਰਾਜ ਜੇ ਤਾਂ ਜਿਸ ਪਾਸੇ ਜ਼ਿਆਦਾ ਵੋਟਾਂ ਪੈ ਗਈਆਂ ਤੇ ਉਸ ਪਾਸੇ ਹੀ ਫਿਰ ਉਹ ਚੱਲੇਗਾ ਨਾ। ਪ੍ਰਧਾਨ ਵੀ ਐਸਾ ਹੀ ਬਣੇਗਾ। ਗੁਰੂ ਘਰ ਦੀ ਜਿਹੜੀ ਚੋਣ ਹੈ ਸਾਧ ਸੰਗਤ ਜੀ ਕਦੇ ਵੋਟਾਂ ਦੇ ਆਧਾਰ ਤੇ ਨਹੀਂ ਹੋਇਆ ਕਰਦੀ। ਜੇ ਵੋਟਾਂ ਦੇ ਆਧਾਰ ਤੇ ਹੁੰਦੀ ਤੇ ਸ਼ਾਇਦ ਬਾਬਾ ਸ਼੍ਰੀ ਚੰਦ ਜੀ ਗੁਰਤਾ ਗੱਦੀ ਤੇ ਬੈਠਦੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਉੱਤਰਾਧਿਕਾਰੀ ਜਗਤ ਗੁਰੂ ਨਾਨਕ ਸਾਹਿਬ ਜੀ ਨੇ ਆਪ ਚੁਣਿਆ। ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਚੋਣ ਜੇ ਹੁੰਦੀ ਹੈ ਤੇ 5 ਪਿਆਰਿਆਂ ਦੁਆਰਾ ਹੁੰਦੀ ਹੈ। 5 ਸਿੰਘ ਚੋਣ ਕਰਦੇ ਹਨ। ਇਹ ਗੁਰ ਮਰਿਆਦਾ ਹੈ। ਵੋਟਾਂ ਦੀ ਇਹ ਗੁਰ ਮਰਿਆਦਾ ਨਹੀਂ ਹੈ। ਇਹ ਤਾਂ ਸਾਧ ਸੰਗਤ ਜੀ ਆਪਣੀ ਬਣਾਈ ਹੋਈ ਮਰਿਆਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਐਸਾ ਉਪਦੇਸ਼ ਦਿੰਦੇ ਨੇ। ਗਰੀਬ ਨਵਾਜ ਸਤਿਗੁਰੂ ਜੀ ਨੂੰ ਪੁੱਛ ਰਿਹਾ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਕੀ ਇਸ ਪ੍ਰਕਾਰ ਜਿਹੜੇ ਸਿੱਖ ਹਨ ਉਹ ਮਹਾਰਾਜ ਅੰਮ੍ਰਿਤਧਾਰੀ ਹੋ ਕਰਕੇ ਹੀ ਸਿੰਘ ਸੱਜ ਕੇ ਹੀ ਆਪਦੇ ਸਿੱਖ ਅਖਵਾ ਸਕਦੇ ਹਨ? ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹਨ, ਸਤਿਗੁਰ ਬੋਲ ਸੁਣਾਇਓ ਸੁਣੋ ਵਸ਼ੰਭਰ ਰੀਤ। ਮਹਾਰਾਜ ਨੇ ਤੇ ਸਮੇਂ ਆਪਣੇ ਮੁਖ ਤੋਂ ਕਹਿ ਕੇ ਸੁਣਾਇਆ। ਸਤਿਗੁਰੂ ਕਹਿੰਦੇ ਸੁਣ ਬਿਸੰਬਰ ਦਾਸ, ਸੁਣ ਭਾਈ ਗੋਪਾਲ ਸਿੰਘ। ਗਰੀਬ ਨਵਾਜ ਸਤਿਗੁਰੂ ਜੀ ਇਸ ਪ੍ਰਕਾਰ ਕਹਿੰਦੇ ਹਨ, ਬਚ ਵਿਸ਼ਵਾਸੀ ਹੋਵਣਾ ਮੋਹ ਪਦ ਰਾਖੋ ਪ੍ਰੀਤ। ਮਹਾਰਾਜ ਕਹਿੰਦੇ ਗੁਰੂ ਕੇ ਬਚਨਾਂ ਤੇ ਵਿਸ਼ਵਾਸ ਕਰਨਾ ਤੇ ਗੁਰੂ ਕੇ ਚਰਨਾਂ ਦੀ ਪ੍ਰੀਤ ਕਰਨੀ, ਇਹ 2 ਮੁੱਖ ਵੱਡੇ ਕਾਰਨ ਨੇ ਸਿੱਖ ਦੇ ਮੋਕਸ਼ ਵਾਸਤੇ। ਜੇ ਗੁਰੂ ਕੇ ਬਚਨਾਂ ਤੇ ਭਰੋਸਾ ਹੀ ਨਹੀਂ ਤਾਂ ਮਹਾਰਾਜ ਕਹਿੰਦੇ ਫਿਰ ਸਿੱਖ ਕਿਵੇਂ ਪਾਰ ਹੋਵੇਗਾ? ਸਤਿਗੁਰੂ ਜੀ ਨੇ ਕਿਹਾ ਮਰਿਆਦਾ ਬਣਾ ਦਿੱਤੀ ਹੈ ਕਿ ਅੱਜ ਤੋਂ ਚਰਨ ਪੌਲ ਨਹੀਂ, ਚਰਨ ਪੌਲ ਦੀ ਮਰਿਆਦਾ ਹਟਾ ਦਿੱਤੀ, ਅੱਜ ਤੋਂ ਖੰਡੇ ਦੀ ਪੌਲ ਹੋਵੇਗੀ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕਹਿ ਦਿੱਤੇ ਸਤਿਗੁਰੂ ਨੇ। ਮਹਾਰਾਜ ਕਹਿੰਦੇ ਬਿਸੰਬਰ ਦਾਸ ਨੂੰ, ਹਰ ਗੋਪਾਲ ਨੂੰ ਕਿ ਜੇ ਗੁਰੂ ਕੇ ਬਚਨਾਂ ਤੇ ਸ਼ਰਧਾ ਨਾ ਹੋਵੇ, ਸੱਚ ਕਰਕੇ ਨਾ ਜਾਣੇ, ਮਨ ਵਿੱਚ ਸ਼ਰਧਾ ਨਾ ਰੱਖੇ ਤਾਂ ਮਹਾਰਾਜ ਕਹਿੰਦੇ ਫਿਰ ਸਿੱਖੀ ਨਹੀਂ ਪ੍ਰਾਪਤ ਹੁੰਦੀ ਹੈ। 10 ਅਵਤਾਰ ਗੁਰ ਏਕ ਸਮ ਜਿਉ ਜਾਣੈ ਜੋ ਮੇਰ। ਮਹਾਰਾਜ ਕਹਿੰਦੇ ਨੇ ਭਾਈ ਸਾਡੇ ਸਿੱਖ ਜਿਹੜੇ ਆ ਉਹ ਇਸ ਗੱਲ ਨੂੰ ਭੇਦ ਨੂੰ ਜਾਣਦੇ ਆ। 10 ਅਵਤਾਰ ਜਿਹੜੇ ਆ ਨਾ ਸਾਡੇ ਇਸ ਪ੍ਰਕਾਰ ਸਰੀਰ ਦੇ ਅੰਦਰ ਹੋਣਗੇ ਤੇ ਪਹਿਲੇ ਸਤਿਗੁਰੂ ਜੀ ਜਿਸ ਪ੍ਰਕਾਰ ਸੜਗੁਣ ਰੂਪ ਹੋਏ ਨੇ, ਸਾਡਾ ਇਹ 10ਵਾਂ ਜਾਮਾ ਏ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪ੍ਰਕਾਰ ਭੇਦ ਦੱਸਣਾ ਕੀਤਾ। ਸਤਿਗੁਰੂ ਕਹਿੰਦੇ ਨੇ 10ਵੇਂ ਜਾਮੇ ਤੱਕ ਅਸੀਂ ਇਸ ਮਨੁੱਖਾ ਸਰੀਰ ਵਿੱਚ ਵਰਤਾਂਗੇ। ਇੱਕ 10ਵਾਂ ਗੁਰ ਗ੍ਰੰਥ ਜੀ ਬਾਣੀ ਸਤਿਗੁਰ ਹੇਰ। ਇਹ ਸਤਿਗੁਰੂ ਜੀ ਦੀ ਪਵਿੱਤਰ ਜੋ ਬਾਣੀ ਹੈ ਵੱਡਿਆਂ ਸਤਿਗੁਰਾਂ ਜੀ, ਇਹ 11ਵੇਂ ਥਾਂ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਂ ਗੁਰਤਾ ਗੱਦੀ ਦੇਵਾਂਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਇਹ ਵਾਕ ਕਹੇ ਨੇ। ਬਿਸੰਬਰ ਦਾਸ ਤੇ ਹਰ ਗੋਪਾਲ ਨੇ ਜਦੋਂ ਪੁੱਛਿਆ ਤੇ ਸਤਿਗੁਰੂ ਨੇ ਕਿਹਾ 10 ਜਾਮਿਆਂ ਤੱਕ ਅਸੀਂ ਇਸ ਸਰੀਰ ਵਿੱਚ ਵਰਤੇ ਹਾਂ, 10 ਜਾਮੇ ਧਾਰਨ ਕੀਤੇ ਨੇ। ਹੁਣ 11ਵਾਂ ਜਿਹੜਾ ਸਾਡਾ ਸਰੂਪ ਹੋਵੇਗਾ ਉਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਸਾਡਾ ਰੂਪ ਜਿਹੜਾ ਹੈ ਇਹ ਹੈ, ਵੱਡਿਆਂ ਸਤਿਗੁਰਾਂ ਦਾ ਸਰੂਪ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਸਾਡੇ 11ਵੇਂ ਥਾਂ ਤੇ ਜੋ ਸਾਡਾ ਰੂਪ ਸਰਗੁਣ ਰੂਪ ਹੋਵੇਗਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਣਗੇ। ਤੋਏ ਰਮਾਲ ਗੁਰ ਗ੍ਰੰਥ ਕੋ ਪਹੁਲ ਲਿਵੈ ਦੇ। ਮਹਾਰਾਜ ਕਹਿੰਦੇ ਜੇ ਚਰਨ ਪਹੁਲ ਦੀ ਮਰਿਆਦਾ ਚੱਲਦੀ ਇਉਂ ਰਹੀ ਤਾਂ ਹਰ ਗੋਪਾਲ ਸਿੰਘ ਫਿਰ ਚਰਨ ਪਹੁਲ ਲੈਣ ਵਾਸਤੇ ਸਿੱਖ ਕੀ ਕਰਨਗੇ? ਕੀ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੁਮਾਲਿਆਂ ਨੂੰ ਧੋ ਕਰਕੇ ਪੀਆ ਕਰਨਗੇ? ਸੱਚੇ ਪਾਤਸ਼ਾਹ ਮਹਾਰਾਜ ਜੀ ਇਉਂ ਕਹਿੰਦੇ ਆ ਸਿੱਖ ਦੇ ਤਾਈਂ, ਕਿਉਂਕਿ ਚਰਨ ਪਹੁਲ ਦੀ ਜਿਹੜੀ ਮਰਿਆਦਾ ਹੈ ਨਾ ਸਤ ਸੰਗਤ ਜੀ, ਇਹ ਗੁਰੂ 10ਵੇਂ ਪਾਤਸ਼ਾਹ ਨੇ ਹਟਾ ਦਿੱਤੀ ਸੀ। ਪਖੰਡੀ ਅੱਜ ਵੀ ਕਹਿੰਦੇ ਆ ਕਿ ਜਿਹੜੇ ਚਰਨ ਗੁਰਬਾਣੀ ਅੰਦਰ ਲਿਖੇ ਹੋਏ ਆ ਉਹ ਤਾਂ ਅੱਖਰਾਂ ਦੇ ਚਰਨ ਨੇ, ਚੱਚਾ ਰਾਰਾ ਨੰਨਾ ਚਰਨ। ਕਹਿੰਦੇ ਉਹਨਾਂ ਨੂੰ ਧੋਵੋਗੇ ਤੇ ਅੱਖਰ ਖਰ ਜਾਣਗੇ, ਤੇ ਜਿਹੜੇ ਚਰਨ ਧੋਏ ਗੁਰ ਕੇ ਚਰਨ ਧੋਏ ਧੋਏ ਪੀਵਾਂ, ਉਹ ਕਹਿੰਦੇ ਅਸੀਂ ਗੁਰੂ ਆ ਸਰੀਰ ਕਰਕੇ।
ਤੇ ਮਹਾਰਾਜ ਨੇ ਸਾਡੇ ਚਰਨ ਧੋਣ ਕੇ ਪੀਣ ਵਾਸਤੇ ਹੀ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਹੈ। ਉਹ ਆਪਣੇ ਮਨੁੱਖੀ ਚਰਨ ਜਿਹੜੇ ਆ ਉਹ ਧੋ ਧੋ ਕੇ ਸੰਗਤਾਂ ਨੂੰ ਪਿਵਾਈ ਜਾਂਦੇ ਆ, ਤੇ ਕਈ ਇਹੋ ਜਿਹੇ ਮੂਰਖ ਉਹੋ ਹੀ ਪਾਣੀ ਪੀਵੀ ਜਾਂਦੇ ਆ, ਕਹਿੰਦੇ ਅਸੀਂ ਚਰਨ ਪਹੁਲ ਲੈ ਲਈ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਐਸੀ ਮਨਮਤ ਚੱਲ ਰਹੀ ਹੈ ਪੰਜਾਬ ਦੀ ਧਰਤੀ ਤੇ। ਐਸੇ ਭੁੱਲੜ ਲੋਕ ਹਨ ਜਿਹੜੇ ਉਹਨਾਂ ਪਖੰਡੀਆਂ ਕੋਲੋਂ ਜਾ ਕੇ ਚਰਨ ਪਹੁਲ ਲੈ ਕਰਕੇ ਮੋਕਸ਼ ਨੂੰ ਲੱਭਦੇ ਫਿਰਦੇ ਆ। ਉਹ ਕਹਿੰਦੇ ਇੱਥੋਂ ਹੀ ਮੁਕਤੀ ਮਿਲ ਜਾਵੇਗੀ। ਮੁਕਤ ਤਾਂ ਉਹ ਆਪ ਨਹੀਂ ਹੋਏ ਤੇ ਕਿਸੇ ਨੂੰ ਕੀ ਕਰਨਗੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਆਪਣੀ ਜੋਤ ਹੈ ਨਾ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਟਿਕਾਉਣੀ ਹੈ, ਤੇ ਜੁਗਤੀ ਜਿਹੜੀ ਆ ਪੰਜਾਂ ਸਿੰਘਾਂ ਦੇ ਹੱਥ ਵਿੱਚ ਦਿੱਤੀ ਹੈ। ਇਸ ਕਰਕੇ ਹੁਣ ਮਹਾਰਾਜ ਕਹਿੰਦੇ ਅਸੀਂ ਖੰਡੇ ਦੀ ਪਹੁਲ ਕਰ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਪੰਜ ਪਿਆਰੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਕਰਨਗੇ। ਸਿਦਕ ਸੰਭਾਲੈ ਕਰ ਕੜਾਹ ਬਾਂਟੇ ਅਥ ਤੀਲੇ। ਤੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਹੋਵੇਗੀ। ਸੱਚੇ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਸੰਚਾਰ ਦੀ ਬਾਬਤ ਦੱਸਿਆ ਕਿ ਸਿਦਕ ਦੇ ਸਹਿ ਤਿਆਰ ਪਰ ਤਿਆਰ ਪੰਜ ਸਿੰਘ ਜੋ ਸਾਡੇ ਬਚਨਾਂ ਵਿੱਚ ਪੂਰੇ ਹੋਣਗੇ, ਸਾਡੀ ਬਾਣੀ ਨੂੰ ਪੜ੍ਹਦੇ ਹੋਣਗੇ, ਤੇ ਸਾਡਾ ਹੀ ਰੂਪ ਉਹਨਾਂ ਵਿੱਚ ਵਰਤੇਗਾ। ਉਹਨਾਂ ਨੂੰ ਪੰਜ ਸਿੰਘ ਕਰਕੇ ਨਹੀਂ ਜਾਣਨਾ, ਸਾਡਾ ਰੂਪ ਕਰਕੇ ਜਾਣਨਾ। ਬਿਸੰਬਰ ਦਾਸ ਅਸੀਂ ਖੁਦ ਵਰਤ ਰਹੇ ਹੋਵਾਂਗੇ। ਸੱਚੇ ਪਾਤਸ਼ਾਹ ਮਹਾਰਾਜ ਦੇ ਸ਼੍ਰੀ ਮੁਖਵਾਕ ਨੇ ਸਿੱਖ ਪੰਚਨ ਮੈਂ ਮੇਰੋ ਵਾਸਾ, ਪੰਜਾਂ ਸਿੰਘਾਂ ਵਿੱਚ ਸਾਡਾ ਵਾਸ ਹੋਵੇਗਾ। ਉਦੋਂ ਅਸੀਂ ਅੰਮ੍ਰਿਤ ਦੀ ਦਾਤ ਦਿਆ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਇਹ ਜੁਗਤੀ ਬਿਸੰਬਰ ਦਾਸ ਦੇ ਤਾਈਂ ਦੱਸ ਰਹੇ ਹਨ। ਜਿਵੇਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਅੱਗੇ ਉਪਦੇਸ਼ ਦੇਣਗੇ, ਕੱਲ ਨੂੰ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਤੋਏ ਰਮਾਲ ਗੁਰ ਗ੍ਰੰਥ ਕੋ ਪਹੁਲ ਲਿਵੈਂਦੇ, ਸਿਦਕ ਸੰਭਾਲੈ ਕਰ ਕੜਾਹ ਬਾਂਟੇ ਅਥ ਤੀਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।